Good morning, students. Once again, welcome to my YouTube channel. Today, I am discuss about to the form of business organization. This is part fourth. In this session, I am discuss about to the HUF, Hindu Undivided Family. ਇਹਦੇ ਰਿਲੇਟਡ ਅੱਜ ਅਸੀਂ ਗੱਲ ਕਰਾਂਗੇ। ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਚਾਹੂੰਗਾ ਜਿਹੜੇ ਬੱਚੇ ਮੇਰੇ ਫਸਟ ਟਾਈਮ ਮੇਰੇ ਚੈਨਲ ਦੇ ਉੱਤੇ ਆਏ ਹਨ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਤੇ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਰਾਈਜ਼ ਹੁੰਦੀ ਆ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ। ਸਟਾਰਟ ਕਰਦੇ ਹਾਂ ਅੱਜ ਦੇ ਸੈਸ਼ਨ ਦੇ ਵਿੱਚ ਹੈ ਜੁਆਇੰਟ ਹਿੰਦੂ ਫੈਮਿਲੀ, ਜਾਂ ਇਹਨੂੰ ਜੁਆਇੰਟ ਅਨਡਿਵਾਈਡਡ ਜਾਂ ਹਿੰਦੂ ਅਨਡਿਵਾਈਡਡ ਫੈਮਿਲੀ ਵੀ ਕਿਹਾ ਜਾ ਸਕਦਾ ਵਾ। ਤੇ ਹਿੰਦੂ ਅਨਡਿਵਾਈਡਡ ਫੈਮਿਲੀ ਤੋਂ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਫਸਟ ਟਾਈਮ ਇਸ ਸੈਸ਼ਨ ਨੂੰ ਦੇਖ ਰਹੇ ਨੇ ਤਾਂ ਉਹ ਜਿਹੜੇ ਮੇਰੇ ਪਹਿਲੇ 3 ਸੈਸ਼ਨ ਨੇ ਉਹ ਜ਼ਰੂਰ ਦੇਖਣ, ਕਿਉਂਕਿ ਇਹਨਾਂ ਦੇ ਨਾਲ ਹੀ ਕੋਰਿਲੇਟਡ ਇਹ ਟੌਪਿਕਸ ਨੇ, ਤਾਂ ਹੀ ਤੁਹਾਨੂੰ ਸਮਝ ਆਉਣਗੇ। ਜੇਕਰ ਤੁਸੀਂ ਫਸਟ ਵੀਡੀਓ ਨੂੰ ਸੀਰੀਅਲ ਵਾਈਜ਼ ਦੇਖੋਗੇ ਤਾਂ ਤੁਸੀਂ ਇਹਨਾਂ ਦੇ ਸੀਰੀਅਲ ਵਾਈਜ਼ ਤੁਸੀਂ ਇਸ ਸੈਸ਼ਨ ਨੂੰ ਦੇਖਣਾ ਵਾ। ਤੇ ਇਸ ਸੈਸ਼ਨ ਦੇ ਜਿੰਨੇ ਵੀ ਪਾਰਟਸ ਨੇ ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗਾ, ਤਾਂ ਤੁਸੀਂ ਉੱਥੋਂ ਕਲਿੱਕ ਕਰਕੇ ਵੀ ਉਹਨੂੰ ਦੇਖ ਸਕਦੇ ਹੋ। ਸਟਾਰਟ ਕਰਦੇ ਹਾਂ ਅੱਜ ਦੇ ਸੈਸ਼ਨ ਨੂੰ। ਜੁਆਇੰਟ ਹਿੰਦੂ ਫੈਮਿਲੀ ਬਿਜ਼ਨਸ। Joint Hindu family business is the one of the oldest form of the business organization. This terms of the business is only found in India. The Hindu law governs the Hindu undivided family business. ਤਾਂ ਹਿੰਦੂ ਅਨਡਿਵਾਈਡਡ ਫੈਮਿਲੀ ਜਿਹੜਾ ਵਾ ਤੁਹਾਨੂੰ ਹੁਣੀ ਪਤਾ ਲੱਗ ਗਿਆ ਹੋਊਗਾ ਵੀ ਇਹ ਓਲਡੈਸਟ ਫਾਰਮ ਸੀਗੀ ਬਿਜ਼ਨਸ ਆਰਗੇਨਾਈਜੇਸ਼ਨ ਦੇ। ਇਹਦੇ ਵਿੱਚ ਕੀ ਹੁੰਦਾ ਸੀਗਾ ਵੀ ਜਿਸ ਤਰੀਕੇ ਨਾਲ ਇੱਕ ਪਰਸਨ ਇੱਕ ਬਿਜ਼ਨਸ ਸਟਾਰਟ ਕਰਦਾ ਹੁੰਦਾ ਸੀਗਾ ਤਾਂ ਉਹਦੇ ਵਿੱਚ ਹਿੰਦੂ ਧਰਮ ਦੇ ਵਿੱਚ ਜ਼ਿਆਦਾ ਹੁੰਦੇ ਸੀਗੇ। ਤੇ ਉਸੇ ਦੇ ਵਿੱਚ ਕੀ ਹੁੰਦਾ ਸੀਗਾ ਵੀ ਉਹਦੀ ਫੈਮਿਲੀ ਦੇ ਜਿੰਨੇ ਮੈਂਬਰਸ ਹੁੰਦੇ ਸੀ ਉਹ ਸਾਰੇ ਇਕੱਠੇ ਹੋ ਕੇ ਉਹ ਬਿਜ਼ਨਸ ਨੂੰ ਰਨ ਕਰਦੇ ਰਹਿੰਦੇ ਹੁੰਦੇ ਸੀ। ਜੇਕਰ ਇੱਕ ਪਰਸਨ ਦੀ ਡੈਥ ਹੋ ਜਾਂਦੀ ਸੀ ਤਾਂ ਜਿਹੜਾ ਸੀਨੀਅਰ ਮੋਸਟ ਪਰਸਨ ਹੁੰਦਾ ਸੀ ਉਹਨਾਂ ਦਾ, ਤਾਂ ਉਹ ਇੱਕ ਉਹਨੂੰ ਕੀ ਬਣਾ ਦਿੱਤਾ ਜਾਂਦਾ ਸੀ, ਕਰਤਾ ਬਣਾ ਦਿੱਤਾ ਜਾਂਦਾ ਸੀ। ਕਰਤਾ ਹੁੰਦਾ ਸੀਗਾ ਜਿਹਨਾਂ ਕਿ ਮੇਨ ਉਸ ਬਿਜ਼ਨਸ ਨੂੰ ਲੀਡ ਕਰਦਾ ਹੁੰਦਾ ਸੀਗਾ, ਤਾਂ ਉਹਨੂੰ ਕਰਤਾ ਕਿਹਾ ਜਾਂਦਾ ਹੁੰਦਾ ਸੀਗਾ। ਅਤੇ ਇਸੇ ਤਰੀਕੇ ਨਾਲ ਉਹ ਚੱਲੀ ਜਾਂਦਾ ਹੁੰਦਾ ਸੀਗਾ। ਇਹਦੀ ਮੈਂਬਰਸ਼ਿਪ ਲੈਣ ਦੇ ਲਈ ਕੁਛ ਵੀ ਨਹੀਂ ਕਰਨਾ ਪੈਂਦਾ ਹੁੰਦਾ ਸੀ। ਜੇਕਰ ਕੋਈ ਬੰਦਾ ਉਹਨਾਂ ਦੀ ਫੈਮਿਲੀ ਦੇ ਵਿੱਚ ਬਰਥ ਕਰ ਲੈਂਦਾ ਸੀਗਾ ਤਾਂ ਉਹਨੂੰ ਆਟੋਮੈਟਿਕਲੀ ਉਹਦੀ ਮੈਂਬਰਸ਼ਿਪ ਮਿਲ ਜਾਂਦੀ ਸੀਗੀ। ਤਾਂ ਹਿੰਦੂ ਅਨਡਿਵਾਈਡਡ ਫੈਮਿਲੀ ਬਾਰੇ ਦੱਸਿਆ ਆ। ਇਨ ਦੀ ਜੁਆਇੰਟ ਹਿੰਦੂ ਫੈਮਿਲੀ ਬਿਜ਼ਨਸ ਇਟ ਸੈਲਫ ਦੇਅਰ ਇਜ਼ ਅ ਸਿਸਟਮ ਆਫ ਟੂ ਦੀਆਂ ਇਨਹੈਂਸੈਂਸ। ਇਹਦੇ ਇਨਹੈਂਸ ਦਾ ਬਿਜ਼ਨਸ ਚੱਲਦਾ ਹੁੰਦਾ ਸੀਗਾ। ਇਹ ਤਾਂ ਜਿਹੜਾ ਤੁਸੀਂ ਯਾਦ ਇੰਨਾ ਜ਼ਿਆਦਾ ਕਰਨ ਦੀ ਡੀਪਲੀ ਜਾਣ ਦੀ ਲੋੜ ਨਹੀਂ ਹੈਗੀ। ਇਹਦੇ ਵਿੱਚ 2 ਬਣਾਏ ਗਏ ਸੀਗਾ, ਇੱਕ ਸੀਗਾ ਧਨਵੰਗਾ, ਇੱਕ ਸੀਗਾ ਮਿਕਟਾਕਸਰਾ। ਇਹ 2 ਤਰ੍ਹਾਂ ਦੇ ਪਰਸਨ ਸੀਗੇ ਜਿਹੜੇ ਅਲਾਉ ਕਰ ਦਿੰਦੇ ਸੀਗੇ। ਅਤੇ ਇਹਨਾਂ ਨੇ ਆਪਣੇ ਜਿਹੜੇ ਡਿਫਰੈਂਟ ਲਾਅ ਬਣਾਏ ਸੀਗੇ ਵੀ ਉਹ ਕਹਿੰਦੇ ਸੀ ਵੀ ਅਸੀਂ ਹਿੰਦੂ ਫੈਮਿਲੀ ਵਿੱਚ ਕਿਹੜੇ ਰੂਲ ਰੈਗੂਲੇਸ਼ਨ ਬਣਾਵਾਂਗੇ। ਜਿਹੜਾ ਦਯਾਵੰਗਾ ਸੀਗਾ ਉਹ ਕਹਿੰਦੇ ਸੀ ਵੀ ਅਸੀਂ ਸਿਰਫ ਉਸੇ ਹੀ ਬੰਦੇ ਨੂੰ, ਪਰਟੀਕੂਲਰ ਬੰਦੇ ਨੂੰ ਹੀ ਆਪਣਾ ਪਾਰਟਨਰ ਅਲਾਉ ਕਰਾਂਗੇ, ਚਾਹੇ ਉਹ ਮੇਲ ਹੋਵੇ ਚਾਹੇ ਉਹ ਫੀਮੇਲ ਹੋਵੇ। ਉਹ ਸਾਰੇ ਪਰਸਨ ਨੂੰ ਅਲਾਉ ਕਰਦੇ ਸੀ ਵੀ ਆਪਣੇ ਬਿਜ਼ਨਸ ਦੇ ਵਿੱਚ, ਸਾਡੇ ਬਿਜ਼ਨਸ ਦੇ ਵਿੱਚ ਪਾਰਟਨਰ ਬਣ ਸਕਦੇ ਆ ਅਤੇ ਉਹਦੇ ਵਿੱਚ ਉਹ ਬੈਨੀਫਿਟ ਲੈ ਸਕਦੇ ਆ। ਇਹ ਜ਼ਿਆਦਾਤਰ ਕਿੱਥੇ ਯੂਜ਼ ਕੀਤਾ ਜਾਂਦਾ ਸੀ? ਵੈਸਟ ਬੰਗਾਲ ਦੇ ਵਿੱਚ ਇਹ ਯੂਜ਼ ਹੁੰਦਾ ਸੀਗਾ। ਨੈਕਸਟ ਹੈਗਾ ਸੀ ਮਿਕਟਾਕਸਰਾ। ਇਹ ਜਿਹੜਾ ਸੀਗਾ ਇਹ ਵੀ ਇਹ ਅਨਦਰ ਪਾਰਟ ਸੀਗਾ ਇਹਦਾ। ਅਤੇ ਇਹਦੇ ਵਿੱਚ ਕੀ ਹੁੰਦਾ ਸੀ? ਇਹਦੇ ਵਿੱਚ ਸਿਰਫ ਮੇਲ ਫੈਮਿਲੀ ਹੀ ਅਲਾਉ ਕੀਤੇ ਜਾਂਦੇ ਸੀਗੇ ਵੀ ਉਹ ਬਿਜ਼ਨਸ ਨੂੰ ਕਰਨਗੇ, ਅਤੇ ਫੀਮੇਲਸ ਪਾਰਟਨਰਸ ਦਾ ਉਹਨਾਂ ਵਿੱਚ ਕੋਈ ਜ਼ਿਆਦਾ ਰੋਲ ਨਹੀਂ ਮੰਨਿਆ ਜਾਂਦਾ ਹੁੰਦਾ ਸੀਗਾ। ਹੁਣ ਨੈਕਸਟ ਹੈ ਵੀ the business is allowed to the carrying of the members of the HUF, but it is to the control by the eldest ਮੈਂਬਰ ਆਫ ਟੂ ਦੀ ਫੈਮਿਲੀ। ਵੀ ਜਿਹੜਾ ਸਭ ਤੋਂ ਜ਼ਿਆਦਾ ਓਲਡੈਸਟ ਜਾਂ ਕਹਿ ਦਿਓ ਐਲਡੈਸਟ ਸਭ ਤੋਂ ਵੱਡਾ ਹੋਏਗਾ ਉਹ ਹੀ ਉਸ ਬਿਜ਼ਨਸ ਦਾ ਓਨਰ, ਯਾਨੀ ਕਿ ਉਹਨਾਂ ਨੂੰ ਕਹਿ ਦਿਓ ਵੀ ਉਹੀ ਸਾਰਾ ਕੁਝ ਕੰਟਰੋਲ ਕਰੇਗਾ ਅਤੇ ਬਾਕੀ ਜਿਹੜੇ ਪਰਸਨਸ ਹੋਣਗੇ ਉਹ ਸਾਰੇ ਮੈਂਬਰਸ ਹੋਣਗੇ, ਜਿਹੜਾ ਉਹ ਕਹੇਗਾ ਤਾਂ ਉਸ ਚੀਜ਼ ਨੂੰ ਫੋਲੋ ਕਰਨਗੇ। ਨੈਕਸਟ ਹੈਗਾ ਫੀਚਰਸ ਆਫ ਦੀ HUF ਦੇ ਫੀਚਰਸ ਕਿਹੜੇ ਹੁੰਦੇ ਆ? ਫਸਟ ਹੈਗਾ ਕੰਟਰੋਲ ਬਾਏ ਦੀ ਕਰਤਾ। ਮੈਂ ਤੁਹਾਨੂੰ ਹੁਣੀ ਦੱਸਿਆ ਵੀ ਕਰਤਾ ਕੌਣ ਹੁੰਦਾ? ਉਹ ਪਰਸਨ ਜਿਹੜਾ ਕਿ ਫੈਮਿਲੀ ਦਾ ਵੱਡਾ ਹੁੰਦਾ। ਜਿਵੇਂ ਸਾਡੀ ਫੈਮਿਲੀ ਵਿੱਚ ਗ੍ਰੈਂਡ ਪਾ ਹੋਣਗੇ ਤਾਂ ਉਹ ਸਾਡੇ ਕੀ ਸੀਗੇ, ਉਸ ਫੈਮਿਲੀ ਦੇ ਉਹ ਕੰਟਰੋਲ ਕਰ ਦਿੰਦੇ ਸੀ। ਉਹਨਾਂ ਦੇ ਹੱਥ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਅਤੇ ਉਹੀ ਦੱਸ ਦਿੰਦੇ ਸੀ ਵੀ ਅਸੀਂ ਕਿੱਥੇ ਪੈਸਾ ਲਗਾਉਣਾ ਵਾ ਅਤੇ ਕਿੱਥੇ ਨਹੀਂ ਲਗਾਉਣਾ ਵਾ। ਉਹ ਡਿਪੈਂਡ ਉਹਨਾਂ ਉੱਤੇ ਕਰਦਾ ਹੁੰਦਾ ਸੀ। ਲਾਈਬਿਲਿਟੀਜ਼, ਇਹਦੀਆਂ ਲਾਈਬਿਲਿਟੀਜ਼ ਡਿਪੈਂਡ ਕਰਦੇ ਹੁੰਦੇ ਸੀ ਪਰਸਨ ਦੇ ਅਕੋਰਡਿੰਗ ਵੀ ਜਿਹੜਾ ਜਿੱਡਾ ਵੱਡਾ ਕੰਮ ਕਰਦਾ ਹੁੰਦਾ। ਜਿਵੇਂ ਹੁਣ ਕਰਤਾ ਸੀਗਾ ਤਾਂ ਉਹਦੀ ਸਾਰੀ ਰਿਸਪੋਂਸੀਬਿਲਿਟੀ ਸੀਗੀ ਵੀ ਬਿਜ਼ਨਸ ਨੂੰ ਪ੍ਰੋਪਰ ਰਨ ਕਰਵਾਉਣਾ, ਅਤੇ ਬਿਜ਼ਨਸ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਅਰਾਈਜ਼ ਹੁੰਦੀ ਆ ਤਾਂ ਉਸ ਪ੍ਰੋਬਲਮ ਨੂੰ ਸੌਰਟ ਆਊਟ ਕਰਨਾ, ਇਹ ਵੀ ਉਹਦੀ ਸਾਰੇ ਹੀ ਕੰਮ ਹੁੰਦੇ ਸੀ। ਨੈਕਸਟ ਹੈਗਾ ਵਾ ਕੰਟੀਨਿਊਸਡ ਐਗਜ਼ਿਸਟੈਂਸ। ਵੀ ਹੁਣੇ ਹਲੇ ਵੀ ਉਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਸੀ, ਪਰਸਨਸ ਦੇ ਉੱਤੇ, ਵੀ ਆਪਣੇ ਬਿਜ਼ਨਸ ਨੂੰ ਕੰਟੀਨਿਊਸ ਰੱਖ ਸਕਦੇ ਆ। ਜਿਵੇਂ ਕਿ ਹੁਣ ਇੱਕ ਫੈਮਿਲੀ ਦੇ ਵਿੱਚੋਂ ਅੱਗੇ ਜਿਹੜੇ ਨੇ 2 ਪਾਰਟਨਰਸ ਜਾਂ 2 ਫੈਮਿਲੀਜ਼ ਬਣ ਜਾਂਦੀਆਂ ਹੁੰਦੇ ਨੇ। ਜਿਵੇਂ ਕਿ ਮੇਰੇ ਗ੍ਰੈਂਡ ਪਾ 2 ਬ੍ਰਦਰ ਸੀਗੇ
ਤਾਂ ਉਹਨਾਂ ਦੀ 2 ਡਿਫਰੈਂਟ ਫੈਮਲੀਆਂ ਬਣ ਗਈਆਂ। ਤਾਂ ਹੁਣ ਇੱਥੇ ਡਿਪੈਂਡ ਕਰਦਾ ਸੀ ਵੀ ਉਹ ਇਕੱਠੇ ਬਿਜ਼ਨਸ ਨੂੰ ਜੁਆਇਨ ਕਰਕੇ ਉਹ ਕਰਨਾ ਚਾਹੁੰਦੇ ਆ ਜਾਂ ਉਹ ਅਲੱਗ-ਅਲੱਗ ਹੁਣ ਇੱਥੇ ਹੋਣਾ ਚਾਹੁੰਦੇ ਆ। ਉਹ ਡਿਪੈਂਡ ਕਰੇਗਾ ਉਹਨਾਂ ਦੀ ਮੈਂਟੈਲਿਟੀ ਦੇ ਉੱਤੇ, ਅਤੇ ਜੇਕਰ ਉਹ ਅਲੱਗ-ਅਲੱਗ ਹੋ ਜਾਂਦੇ ਆ ਤਾਂ ਉਹਨਾਂ ਦੀ ਜਿਹੜੀ ਕੰਟੀਨਿਊਸ ਐਗਜ਼ਿਸਟੈਂਸ ਆ ਉਹ ਖਤਮ ਹੋ ਜਾਏਗੀ, ਤਾਂ ਉਹਨਾਂ ਨੂੰ ਨਵਾਂ ਪਰਸਨਸ ਨੂੰ ਨਵਾਂ ਨਾਮ ਰੱਖਣਾ ਪਏਗਾ ਆਪਣੀ ਬਿਜ਼ਨਸ ਦਾ। ਨੈਕਸਟ ਹੈਗਾ ਸਟੇਟਸ ਆਫ ਮਾਈਨਰਸ। ਵੀ ਜਿਹੜੇ ਮਾਈਨਰਸ ਹੁੰਦੇ ਸੀਗੇ, ਮੈਂ ਹੁਣ ਦੱਸਿਆ ਵੀ ਜੇਕਰ ਨਿਊ ਬੋਰਨ ਬੇਬੀ ਹੋ ਜਾਂਦਾ ਸੀਗਾ ਤਾਂ ਉਹ ਵੀ ਇਹਦਾ ਮੈਂਬਰ ਬਣ ਜਾਂਦਾ ਹੁੰਦਾ ਸੀਗਾ। ਤਾਂ ਹੁਣ ਉਹ ਮੈਂਬਰ ਬਣ ਗਿਆ ਤਾਂ ਮਾਈਨਰ ਦਾ ਜਿਹੜਾ ਸਟੇਟਸ ਹੁੰਦਾ ਸੀ ਉਹ ਸਿਰਫ ਉਹਦੇ ਵਿੱਚ ਪ੍ਰੋਫਿਟ ਹੀ ਲੈ ਸਕਦਾ ਹੁੰਦਾ ਸੀ, ਉਹਦੀ ਕੋਈ ਲਾਇਬਿਲਿਟੀ ਨਹੀਂ ਅਰਾਈਜ਼ ਹੁੰਦੀ ਸੀ ਵੀ ਕੱਲ੍ਹ ਨੂੰ ਘਾਟਾ ਪੈ ਜਾਵੇ ਤਾਂ ਸਾਰੇ ਬੰਦੇ ਕੰਟਰੀਬਿਊਟ ਕਰਦੇ ਸੀ, ਬਟ ਮਾਈਨਰ ਕੰਟਰੀਬਿਊਟ ਨਹੀਂ ਕਰ ਸਕਦਾ ਸੀ, ਉਹ ਸਿਰਫ ਪ੍ਰੋਫਿਟ ਦਾ ਹੀ ਹੱਕਦਾਰ ਹੁੰਦਾ ਸੀ, ਕਿਉਂਕਿ ਇਹ ਲਾਅ ਬਣਿਆ ਹੋਇਆ ਵੀ ਮਾਈਨਰਸ ਦਾ ਵੀ ਚਾਹੇ ਜਿਹੜੇ ਮਰਜ਼ੀ ਬਿਜ਼ਨਸ ਦੇ ਵਿੱਚ ਜਾਣ ਉਹ ਸਿਰਫ ਪ੍ਰੋਫਿਟ ਹੀ ਲੈ ਸਕਦੇ ਆ, ਲਾਸ ਨਹੀਂ ਬੀਅਰ ਕਰਨਗੇ। ਨੈਕਸਟ ਹੈਗਾ ਵਾ ਫਲਕਚੁਏਟਿੰਗ ਸ਼ੇਅਰਸ। ਹੁਣ ਇਹ ਸ਼ੇਅਰਸ ਡਿਪੈਂਡ ਕਰਦਾ ਹੁੰਦਾ ਸੀ ਵੀ ਮੈਂਬਰਸ ਕਿਹਨੂੰ ਜ਼ਿਆਦਾ ਵੋਟ ਕਰਦੇ ਆ, ਜਿਹਨੂੰ ਜ਼ਿਆਦਾ ਵੋਟ ਕਰ ਦਿੰਦੇ ਸੀ ਤਾਂ ਜਿਹੜਾ ਬੰਦਾ ਜਿੰਨਾ ਜ਼ਿਆਦਾ ਵਰਕ ਕਰਦਾ ਹੁੰਦਾ ਸੀ ਕਰਤਾ ਉਹਦੇ ਅਕੋਰਡਿੰਗ ਉਹਨਾਂ ਨੂੰ ਸ਼ੇਅਰ ਦੇ ਦਿੰਦਾ ਸੀ। ਸ਼ੇਅਰ ਦਾ ਮਤਲਬ ਵੀ ਪ੍ਰੋਫਿਟ ਦਾ ਹਿੱਸਾ ਦਿੰਦਾ ਹੁੰਦਾ ਸੀ, ਜਿਹੜਾ ਜਿੰਨਾ ਵਧੀਆ ਵਰਕ ਦਿੰਦਾ ਹੁੰਦਾ ਸੀ ਉਹਨੂੰ ਉਸ ਤਰੀਕੇ ਨਾਲ ਉਹਦਾ ਸ਼ੇਅਰ ਮਿਲ ਜਾਂਦਾ ਹੁੰਦਾ ਸੀ, ਅਤੇ ਉਸ ਤਰੀਕੇ ਨਾਲ ਉਹ ਪ੍ਰੋਫਿਟ ਰਿਸੀਵ ਕਰਕੇ ਆਪਣੀ ਪੋਜੀਸ਼ਨ ਨੂੰ ਹੋਲਡ ਕਰ ਲੈਂਦਾ ਹੁੰਦਾ ਸੀਗਾ। ਨੈਕਸਟ ਹੈ ਐਡਵਾਂਟੇਜਸ ਆਫ ਟੂ ਦੀ ਐਚ ਜੀ ਐਫਸ ਦੇ ਐਡਵਾਂਟੇਜ ਕੀ ਸੀਗੇ। ਪਹਿਲਾ ਹੈਗਾ ਈਜ਼ੀ ਟੂ ਫਾਰਮੇਸ਼ਨ, ਇਹਨੂੰ ਫਾਰਮੇਸ਼ਨ ਕਰਨੀ ਬਹੁਤ ਈਜ਼ੀ ਹੁੰਦੀ ਸੀ, ਇਹਦੇ ਵਿੱਚ ਪੇਪਰ ਡਾਕੂਮੈਂਟੇਸ਼ਨ ਦੀ ਇੰਨੀ ਜ਼ਿਆਦਾ ਲੋੜ ਨਹੀਂ ਹੁੰਦੀ ਸੀ। ਜਿਵੇਂ ਹੁਣ ਤੁਸੀਂ ਦੇਖ ਲਓ ਵੀ ਤੁਹਾਡੇ ਫਾਦਰ ਸਾਹਿਬ ਕੀ ਹੈ ਇੱਕ ਸ਼ੌਪ ਨੂੰ ਖੋਲ੍ਹਣਗੇ ਤਾਂ ਤੁਸੀਂ ਉਹਨਾਂ ਦੇ ਆਟੋਮੈਟਿਕਲੀ ਓਨਰ ਬਣ ਚੁੱਕੇ ਹੋਵੋਗੇ ਵੀ ਜਦੋਂ ਤੁਹਾਡੇ ਫਾਦਰ ਸਾਹਿਬ ਰਿਟਾਇਰ ਹੋ ਜਾਣਗੇ ਜਾਂ ਉਹ ਕਹਿਣਗੇ ਮੈਂ ਨਹੀਂ ਸ਼ੌਪ 'ਤੇ ਬਹਿਣਾ ਤਾਂ ਤੁਸੀਂ ਚਲਾਓਗੇ, ਉਸ ਤੋਂ ਬਾਅਦ ਤੁਹਾਡੇ ਜਿਹੜੇ ਬੇਬੀਜ਼ ਹੋਣਗੇ ਉਹ ਚਲਾਉਣਗੇ, ਜਾਣੀ ਕਿ ਇਹ ਕੀ ਸੀਗਾ ਈਜ਼ੀ ਫਾਰਮੇਸ਼ਨ ਸੀ ਅਤੇ ਈਜ਼ੀਲੀ ਹੀ ਇਹਦੇ ਓਨਰਸ਼ਿਪ ਜਿਹੜੀ ਸੀ ਉਹ ਟਰਾਂਸਫਰ ਹੋ ਸਕਦੀ ਸੀ। ਨੈਕਸਟ ਹੈਗਾ ਵਾ ਸਟੇਬਲ ਐਗਜ਼ਿਸਟੈਂਸ। ਇਹ ਜਿਹੜਾ ਬਿਜ਼ਨਸ ਹੁੰਦਾ ਸੀਗਾ ਇਹ ਸਟੇਬਲ ਐਗਜ਼ਿਸਟੈਂਸ ਵਾਲਾ ਹੁੰਦਾ ਸੀ ਵੀ ਇਹ ਲਗਾਤਾਰ ਚੱਲਦਾ ਰਹਿੰਦਾ ਹੁੰਦਾ ਸੀ, ਦਾਦੇ ਪੜਦਾਦਿਆਂ ਤੋਂ ਬਿਜ਼ਨਸ ਚੱਲੇ ਆ ਰਹੇ ਨੇ। ਜਿਵੇਂ ਕਿ ਹੁਣ ਸਾਡੇ ਆਲੇ ਦੁਆਲੇ ਵੀ ਦੇਖਣ ਨੂੰ ਮਿਲਦੀਆਂ ਹੋਣਗੀਆਂ ਕੁਛ ਇਹੋ ਜਿਹੀਆਂ ਸ਼ਾਪਸ ਹੋਣਗੀਆਂ ਜਿਹੜੀ ਕਿ ਸਾਡੇ ਗ੍ਰੈਂਡਪਾ ਦੇ ਟਾਈਮ ਤੋਂ ਚੱਲਦੀਆਂ ਆ ਰਹੀਆਂ ਨੇ, ਅਤੇ ਪਰ ਹੁਣ ਉਹ ਮੋਡੀਫਾਈ ਹੋ ਕੇ ਮਾਡਰਨ ਹੋ ਚੁੱਕੀਆਂ ਨੇ, ਜਾਣੀ ਕਿ ਉਹਨਾਂ ਦੇ ਪੋਤੇ ਜਾਂ ਉਹਨਾਂ ਦੇ ਕਹਿ ਦਿਓ ਦੋਤੇ ਉਹ ਸਾਰੇ ਜਣੇ ਉੱਥੇ ਬੈਠਦੇ ਹੁੰਦੇ ਆ, ਜਾਣੀ ਕਿ ਗ੍ਰੈਂਡ ਸਨਸ ਜਿਹੜੇ ਜਾਂ ਗ੍ਰੈਂਡ ਚਾਈਲਡ ਜਿਹੜੇ ਹੁੰਦੇ ਆ ਉਹ ਬਿਜ਼ਨਸ ਨੂੰ ਰਨ ਕਰਨ ਲੱਗ ਜਾਂਦੇ ਆ। ਤਾਂ ਇਸ ਕਰਕੇ ਸਟੇਬਲ ਐਗਜ਼ਿਸਟੈਂਸ ਰਹਿੰਦੀ ਆ। ਲਿਮਿਟਿਡ ਲਾਇਬਿਲਿਟੀਜ਼। ਹੁਣ ਇਹਦੇ ਵਿੱਚ ਜਿਹੜੀਆਂ ਲਾਇਬਿਲਿਟੀਜ਼ ਨੇ ਉਹ ਪਰਸਨ ਦੀਆਂ ਹਰੇਕ ਪਰਸਨ ਦੀਆਂ ਡਿਫਰੈਂਟ ਹੋਣਗੀਆਂ ਅਤੇ ਉਹ ਲਿਮਿਟਿਡ ਹੋਣਗੀਆਂ। ਇਹ ਨਹੀਂ ਹੈਗਾ ਵੀ ਸਾਰੇ ਬੰਦੇ ਦੀਆਂ ਵੀ ਜੇਕਰ ਇੱਕ ਵਾਰ ਘਾਟਾ ਪਿਆ ਕਰਤਾ ਦੇ ਕਹਿਣ ਦੇ ਕਰਕੇ ਘਾਟਾ ਪਿਆ ਅਤੇ ਕੋਈ ਵੀ ਬੰਦਾ ਉਸ ਚੀਜ਼ ਨੂੰ ਨਹੀਂ ਬੀਅਰ ਕਰੇਗਾ, ਇੱਦਾਂ ਨਹੀਂ ਹੁੰਦਾ। ਇਹਦੇ ਵਿੱਚ ਕੀ ਹੋਏਗਾ ਵੀ ਉਹਨਾਂ ਦੀ ਲਿਮਿਟਿਡ ਲਾਇਬਿਲਿਟੀ ਹੋਏਗੀ। ਉਹ ਸਾਰੇ ਕੀ ਨੇ, ਜਿਹੜਾ ਪਰਸਨ ਜਿੰਨੇ ਸ਼ੇਅਰ ਦੇ ਲਈ ਐਲੀਜੀਬਲ ਹੈਗਾ ਉਨੀ ਹੀ ਉਹ ਉਹਨਾਂ ਦੀਆਂ ਲਾਇਬਿਲਿਟੀਆਂ ਦੇ ਸਕਦਾ। ਨੈਕਸਟ ਹੈਗਾ ਵਾ ਇਫੈਕਟਿਵ ਡਿਸੀਜ਼ਨ ਮੇਕਿੰਗ ਐਂਡ ਕੰਟਰੋਲ। ਹੁਣ ਇਹਦੇ ਵਿੱਚ ਜਿਹੜਾ ਡਿਸੀਜ਼ਨ ਮੇਕਿੰਗ ਅਤੇ ਕੰਟਰੋਲ ਕਰਨਾ ਹੁੰਦਾ ਸੀ ਈਜ਼ੀ ਹੁੰਦਾ ਸੀ। ਕਿਉਂਕਿ ਫੈਮਿਲੀ ਮੈਂਬਰਸ ਹੁੰਦੇ ਸੀ ਤਾਂ ਉਹ ਆਪਣੇ ਆਪਸ ਦੇ ਵਿੱਚ ਡਿਸਕਸ ਕਰਕੇ ਅਤੇ ਕਰਤਾ ਜਿਹੜਾ ਮੇਨ ਡਿਸੀਜ਼ਨ ਲੈ ਕੇ ਉਸ ਚੀਜ਼ਾਂ ਨੂੰ ਬਣਾ ਲੈਂਦਾ ਸੀ ਅਤੇ ਪ੍ਰੋਪਰ ਕੰਟਰੋਲ ਕਰਦਾ ਹੁੰਦਾ ਸੀ। ਸੀਕ੍ਰੇਸੀ। ਹੁਣ ਇਹ ਬਿਜ਼ਨਸ ਜਿਹੜਾ ਸੀਗਾ ਉਹ ਫੈਮਿਲੀ ਬਿਜ਼ਨਸ ਹੁੰਦਾ ਸੀ ਤਾਂ ਕਰਕੇ ਇਹਦੇ ਵਿੱਚ ਸੀਕ੍ਰੇਸੀ ਬਣਦੇ ਹੁੰਦੇ ਸੀ, ਕਿਉਂਕਿ ਜਿਹੜਾ ਟੌਪ ਲੈਵਲ ਦਾ ਵਰਕ ਹੁੰਦਾ ਸੀ ਉਹਦੇ ਵਿੱਚ ਸਾਰੇ ਫੈਮਿਲੀ ਮੈਂਬਰਸ ਹੋਣਗੇ, ਤਾਂ ਇਸ ਕਰਕੇ ਜਿਹੜਾ ਉਹਨਾਂ ਦਾ ਜਿਹੜੀ ਵੀ ਸੀਕ੍ਰੇਸੀ ਹੁੰਦੀ ਸੀ ਉਹਨਾਂ ਦੇ ਅੰਦਰ ਹੀ ਰਹਿੰਦੀ ਹੁੰਦੀ ਸੀ, ਕੋਈ ਬਾਹਰਲਾ ਪਰਸਨ ਉਹਦੇ ਵਿੱਚ ਇਨਕਲੂਡ ਨਹੀਂ ਹੁੰਦਾ ਸੀ। ਕਲੋਜ਼ ਰਿਲੇਸ਼ਨਸ਼ਿਪ ਆਫ ਕਸਟਮਰ ਦੇ ਨਾਲ ਇਹਨਾਂ ਦਾ ਫੈਮਿਲੀ ਰਿਲੇਸ਼ਨਸ਼ਿਪ ਜਿਹੜਾ ਹੁੰਦਾ ਵਾ, ਜਿਹੜਾ ਫੈਮਿਲੀ ਇੱਦਾਂ ਦਾ ਬਿਜ਼ਨਸ ਹੁੰਦਾ ਉਹਦਾ ਵਧੀਆ ਰਿਲੇਸ਼ਨਸ਼ਿਪ ਹੁੰਦਾ। ਜੇਕਰ ਤੁਸੀਂ ਚੈੱਕ ਕਰੋ ਵੀ ਤੁਹਾਡੇ ਆਲੇ ਦੁਆਲੇ ਵੀ ਇੱਕ ਅੱਧੀ ਇਹੋ ਜਿਹੀ ਸ਼ੌਪ ਹੋਏਗੀ ਜਿਹੜੀ ਕਿ ਬਹੁਤ ਪੁਰਾਣੀ, ਯਾਨੀ ਕਿ ਓਲਡੈਸਟ ਟਾਈਮ ਤੋਂ ਚੱਲੀ ਆ ਰਹੀ ਹੋਏਗੀ, ਉਹਦਾ ਨੇਮ ਜਿਹੜਾ ਵਾ ਹਲੇ ਵੀ ਉਹ ਚੱਲਦਾ ਆ ਰਿਹਾ ਵਾ। ਜਿਵੇਂ ਕਿ ਮੈਂ ਇੱਕ ਐਗਜ਼ਾਮਪਲ ਦੇਵਾਂ ਜੋ ਇੰਡੀਆ ਦੇ ਵਿੱਚ ਇੱਕ ਸਭ ਤੋਂ ਵੱਡੀ ਆ MDH ਜਿਹੜੇ ਨੇ ਇਹ ਕੀ ਨੇ, ਸਪਾਈਸਿਸ ਵੇਚਦੇ ਆ, ਯਾਨੀ ਕਿ ਮਸਾਲੇ ਵੇਚਦੇ ਆ, ਅਤੇ ਇਹ ਅੱਜ ਕੱਲ੍ਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਵੱਸਦੇ ਨੇ। ਕਿਉਂਕਿ ਇਹ ਜੇਕਰ ਇਹਨਾਂ ਦੀ ਹਿਸਟਰੀ ਦੇਖੀ ਜਾਵੇ, ਇਹਨਾਂ ਦੀ ਮੈਂ ਹੁਣੀ ਇੱਕ ਫੋਕਸ ਵੀਡੀਓ, ਇੱਕ ਫੋਰਬਸ ਨਾਮ ਦੀ ਇੱਕ ਮੈਗਜ਼ੀਨ ਨਿਕਲਦੀ ਆ ਇੰਟਰਨੈਸ਼ਨਲ ਲੈਵਲ ਦੀ, ਉਹਦੇ ਵਿੱਚ ਦੱਸਿਆ ਗਿਆ ਵੀ ਸਭ ਤੋਂ ਓਲਡੈਸਟ ਇੰਟਰਪ੍ਰਨੋਰ, ਵੀ ਸਭ ਤੋਂ ਓਲਡੈਸਟ ਓਨਰ ਨੇ ਜਿਨ੍ਹਾਂ ਨੇ ਇੱਕ ਬਿਜ਼ਨਸ ਸਟਾਰਟ ਕੀਤਾ ਅਤੇ ਉਸ ਤੋਂ ਬਾਅਦ ਹਲੇ ਵੀ ਉਹ ਲੀਡ ਕਰ ਰਹੇ ਨੇ, ਤਾਂ ਉਹ ਨੇ MDH ਦੇ। ਅਤੇ ਇਸੇ ਤਰੀਕੇ ਨਾਲ ਉਹਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਆ ਕਸਟਮਰ ਦੇ ਨਾਲ ਵਧੀਆ ਬਣਿਆ ਹੋਇਆ, ਸਾਰੇ ਪਰਸਨ ਨੂੰ ਉਹਨਾਂ ਉੱਤੇ ਵਿਸ਼ਵਾਸ ਆ ਵੀ ਉਹ ਬਿਜ਼ਨਸ ਜਿਹੜਾ ਵਾ ਉਹ ਵਧੀਆ ਢੰਗ ਨਾਲ ਰਨ ਕਰ ਰਹੇ ਨੇ, ਤਾਂ ਇਸ ਤਰੀਕੇ ਨਾਲ ਉਹਨਾਂ ਦਾ ਇੱਕ ਕਲੋਜ਼ ਰਿਲੇਸ਼ਨਸ਼ਿਪ ਵੀ ਬਣਿਆ ਰਹਿੰਦਾ। ਨੈਕਸਟ ਹੈਗਾ ਵਾ ਕਲੋਜ਼ ਰਿਲੇਸ਼ਨਸ਼ਿਪ ਵਿਦ ਇੰਪਲਾਈਜ਼। ਹੁਣ ਜਿਹੜੇ ਇੰਪਲਾਈਜ਼ ਹੋਣਗੇ ਕਿ ਜ਼ਿਆਦਾਤਰ ਜਿਹੜੇ ਇਸ ਤਰ੍ਹਾਂ ਦੇ ਬਿਜ਼ਨਸ ਹੁੰਦੇ ਆ ਇਹਨਾਂ ਵਿੱਚ ਜਿਹੜੇ ਇੰਪਲਾਈਜ਼ ਹੁੰਦੇ ਆ ਉਹ ਫੈਮਿਲੀ ਮੈਂਬਰ ਹੀ ਹੁੰਦੇ ਆ, ਤਾਂ ਉਹਨਾਂ ਦਾ ਆਪਸ ਦੇ ਵਿੱਚ ਕਲੋਜ਼ ਰਿਲੇਸ਼ਨਸ਼ਿਪ ਵੀ ਹੁੰਦਾ ਵਾ। ਬਟ ਜੇਕਰ ਉਹਨਾਂ ਦੇ ਆਪਣੇ ਫੈਮਿਲੀ ਮੈਂਬਰ ਨਹੀਂ ਹੁੰਦੇ ਅਤੇ ਰਦਰ ਦੈਨ ਨੇ ਉਹਨਾਂ ਨਾਲ ਵੀ ਉਹਨਾਂ ਦਾ ਵਧੀਆ ਰਿਲੇਸ਼ਨਸ਼ਿਪ ਹੋਏਗਾ, ਕਿਉਂਕਿ ਉਹਨਾਂ ਦੀ ਇੰਟਰੈਕਸ਼ਨ ਉਹਨਾਂ ਨਾਲ ਹੁੰਦੀ ਰਹਿੰਦੀ ਹੈ ਅਤੇ ਉਹ ਕਾਫੀ ਟਾਈਮ ਤੋਂ ਉਹਨਾਂ ਨਾਲ ਜੁੜੇ ਹੁੰਦੇ ਆ, ਤਾਂ ਕਰਕੇ ਉਹਨਾਂ ਉੱਤੇ ਪੂਰਾ ਫੇਥ ਵੀ ਉਹਨਾਂ ਨੂੰ ਹੁੰਦਾ ਵਾ। ਤਾਂ ਇਸ ਤਰੀਕੇ ਨਾਲ ਇਹਦੇ ਬੈਨੀਫਿਟਸ ਨੇ HGFs ਦੇ। ਨੈਕਸਟ ਹੈਗਾ ਵਾ ਨੈਕਸਟ ਇਹਦਾ ਹੈ ਜਿਹੜੇ ਅੱਗੇ ਇਹਦੇ ਬੈਨੀਫਿਟਸ ਨੇ, ਅੱਗੇ ਇਹਦੇ ਡਿਸਐਡਵਾਂਟੇਜਸ ਨੇ। ਆਪਾਂ ਹੁਣ ਐਡਵਾਂਟੇਜਸ ਕੀਤੀਆਂ ਤਾਂ ਹੁਣ ਡਿਸਐਡਵਾਂਟੇਜਸ ਨੇ ਵੀ, ਇਹਦੇ ਨੁਕਸਾਨ ਕੀ ਨੇ। ਪਹਿਲਾ ਹੈਗਾ ਐਬਸੋਲਿਊਟ ਪਾਵਰ ਇਨ ਦੀ ਹੈਂਡ ਆਫ ਕਰਤਾ। ਹੁਣ ਜਿਹੜਾ ਮੇਨ ਪਰਸਨ ਹੋਏਗਾ ਉਹਨਾਂ ਦਾ ਬਿਜ਼ਨਸ ਦਾ
ਤਾਂ ਉਹੀ ਜਿਹੜਾ ਕਰਤਾ ਵਾ ਉਹਦੇ ਕੋਲ ਹੀ ਸਾਰੀ ਮੇਨ ਪਾਵਰਸ ਹੁੰਦੀਆਂ ਨੇ, ਤੇ ਉਹੀ ਆਪਣੇ ਆਪ ਨੂੰ ਬਿਜ਼ਨਸ ਨੂੰ ਰਨ ਕਰਨ ਦੇ ਲਈ ਐਲੀਜੀਬਲ ਹੁੰਦਾ ਵਾ, ਤੇ ਉਹੀ ਆਪਣੀਆਂ ਗਾਈਡਲਾਈਨਸ ਦਿੰਦਾ ਹੁੰਦਾ ਵੀ ਸਾਨੂੰ ਬਿਜ਼ਨਸ ਕਿਸ ਤਰੀਕੇ ਨਾਲ ਰਨ ਕਰਨਾ ਚਾਹੀਦਾ ਵਾ। ਬਾਕੀ ਸਾਰੇ ਉਹਨਾਂ ਦੀ ਫੋਲੋ ਕਰਦੇ ਹੁੰਦੇ ਆ। ਤਾਂ ਇਸ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਆ ਜਾਂਦੀ ਹੈ ਵੀ ਜੇਕਰ ਕਰਤਾ ਸਾਡਾ ਪੂਰਾ ਕੈਪੇਬਲ ਨਹੀਂ ਹੈਗਾ ਤਾਂ ਬਿਜ਼ਨਸ ਦੇ ਵਿੱਚ ਲਾਸਿਸ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਆ, ਤੇ ਇਹਦੇ ਵਿੱਚ ਪਾਰਸ਼ੈਲਿਟੀ ਵੀ ਚੱਲਦੀ ਰਹਿੰਦੀ ਹੁੰਦੀ ਹੈ, ਡਿਪੈਂਡ ਕਰਦਾ ਹੁੰਦਾ ਵੀ ਕਰਤਾ ਕੌਣ ਬਣੇਗਾ। ਨੈਕਸਟ ਹੈਗਾ ਵਾ ਇਨਸਟੇਬਿਲਿਟੀ। ਹੁਣ ਜਿਹੜਾ ਫੈਮਿਲੀ ਮੈਂਬਰ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਹੁਣ ਜਿਹੜੇ ਜਿਵੇਂ ਕਿ ਮੇਰੇ ਦਾਦਾ ਜੀ, ਮੇਰੇ ਗ੍ਰੈਂਡ ਪਾ ਜਿਹੜੇ ਸੀਗੇ ਉਹ 2 ਬ੍ਰਦਰ ਸੀਗੇ, ਤਾਂ ਉਹਨਾਂ ਦੀ ਅਲੱਗ-ਅਲੱਗ ਫੈਮਲੀਆਂ ਬਣ ਜਾਂਦੀਆਂ ਨੇ, ਤਾਂ ਇਹਨਾਂ ਦੇ ਵਿੱਚ ਕੀ ਨੇ ਡਿਫਰੈਂਸ ਅਰਾਈਜ਼ ਹੋਣ ਲੱਗ ਜਾਂਦੇ ਆ। ਤਾਂ ਇਸ ਕਰਕੇ ਜਿਹੜਾ ਬਿਜ਼ਨਸ ਦੇ ਵਿੱਚ ਕੰਟੀਨਿਊਟੀ ਅਤੇ ਸਟੇਬਿਲਿਟੀ ਉਹ ਖਤਮ ਹੋ ਜਾਂਦੀ ਹੈ, ਕਿਉਂਕਿ ਹੁਣ ਜਿਹੜੀਆਂ ਇਹ ਫੈਮਲੀਜ਼ ਨੇ ਉਹ ਅਲੱਗ-ਅਲੱਗ ਹੋਣਗੀਆਂ ਤਾਂ ਅਲੱਗ-ਅਲੱਗ ਬਿਜ਼ਨਸ ਸਟਾਰਟ ਕਰਨ ਦੀ ਕੋਸ਼ਿਸ਼ ਕਰਨਗੀਆਂ, ਤਾਂ ਇਸ ਤਰੀਕੇ ਨਾਲ ਜਿਹੜੀ ਉਹਦੀ ਐਗਜ਼ਿਸਟੈਂਸ ਆ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਲਿਮਿਟਡ ਰਿਸੋਰਸ ਕੈਨ ਬੀ ਰਾਈਜ਼ਡ। ਇਹਦੇ ਵਿੱਚ ਸਿਰਫ ਲਿਮਿਟਡ ਰਿਸੋਰਸ ਹੁੰਦੇ ਆ, ਕਿਉਂਕਿ ਅਸੀਂ ਫੈਮਿਲੀ ਦੇ ਹੀ ਸਾਰੇ ਜ਼ਿਆਦਾਤਰ ਰਿਸੋਰਸ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਾਹਰੋਂ ਅਸੀਂ 1 ਰੁਪਈਆ ਲਗਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ। ਤਾਂ ਜਿਹੜਾ ਇਸ ਕਰਕੇ ਸਾਡੇ ਕੋਲ ਜਿਹੜੇ ਰਿਸੋਰਸਿਸ ਹੁੰਦੇ ਆ ਉਹ ਕੀ ਹੁੰਦੇ ਆ, ਲਿਮਿਟਡ ਹੁੰਦੇ ਆ, ਅਤੇ ਉਹਨਾਂ ਦੇ ਨਾਲ ਹੀ ਅਸੀਂ ਆਪਣੇ ਬਿਜ਼ਨਸ ਨੂੰ ਚਲਾਉਣਾ ਬਹੁਤ ਦਿੱਕਤ ਵਾਲੀ ਗੱਲ ਹੁੰਦੀ ਹੈ, ਕਿਉਂਕਿ ਜ਼ਿਆਦਾਤਰ ਜਿਹੜੇ ਫੈਮਿਲੀ ਮੈਂਬਰਸ ਹੁੰਦੇ ਆ ਉਹ ਕੀ ਆਪਣੇ ਉਹ ਥੋੜ੍ਹੇ ਬਹੁਤੇ ਅਲੱਗ ਵੀ ਬਿਜ਼ਨਸ ਕਰਨਾ ਚਾਹੁੰਦੇ ਹੁੰਦੇ ਆ, ਤਾਂ ਕਰਕੇ ਇਸ ਕਰਕੇ ਪ੍ਰੋਬਲਮ ਅਰਾਈਜ਼ ਹੋ ਜਾਂਦੀ ਹੈ ਸਾਡੇ ਫਾਈਨੈਂਸ ਦੀ ਜਾਂ ਹੋਰ ਅਦਰ ਰਿਸੋਰਸਿਸ ਦੀ। ਦੂਜਾ ਹੈਗਾ ਵਾ ਰਿਸੋਰਸ ਆਫ ਕੰਫਲਿਕਟਸ। ਇਹੋ ਜਿਹੇ ਬਿਜ਼ਨਸ ਦੇ ਵਿੱਚ ਜ਼ਿਆਦਾਤਰ ਝਗੜੇ ਹੋਣ ਦਾ, ਕੰਫਲਿਕਟਸ ਦਾ ਮਤਲਬ ਹੁੰਦਾ ਝਗੜਾ, ਵੀ ਝਗੜੇ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਵੱਧ ਜਾਂਦੇ ਆ, ਕਿਉਂਕਿ ਇਹਦੇ ਵਿੱਚ ਜੇਕਰ ਇੱਕ ਦਿਨ ਦੀ ਮੈਂਟੈਲਿਟੀ ਨਹੀਂ ਮਿਲਦੀ ਹੈਗੀ ਤਾਂ ਉਹ ਬਿਜ਼ਨਸ ਦੇ ਵਿੱਚ ਝਗੜਾ ਹੋਏਗਾ, ਤਾਂ ਉਹਦੇ ਕਰਕੇ ਕੀ ਹੋਏਗਾ, ਇਹ ਕਦੇ ਨਾ ਕਦੇ ਇਹ ਫੈਮਲੀਜ਼ ਜਿਹੜਾ ਬਿਜ਼ਨਸ ਆ ਉਹ ਕੀ ਆ ਟੁੱਟ ਵੀ ਸਕਦਾ ਵਾ। ਤਾਂ ਇਸ ਤਰੀਕੇ ਨਾਲ ਵੀ ਜਿਹੜੀਆਂ ਡਿਸਐਡਵਾਂਟੇਜਸ ਰਾਈਜ਼ ਹੁੰਦੀਆਂ ਨੇ HUFs ਦੀਆਂ, ਤਾਂ ਇਹ ਪ੍ਰੋਬਲਮਸ ਜਿਹੜੀਆਂ ਨੇ ਰਾਈਜ਼ ਹੁੰਦੀਆਂ ਨੇ ਜ਼ਿਆਦਾਤਰ ਮੋਸਟਲੀ ਇਹ ਜਿਹੜੀਆਂ ਡਿਸਐਡਵਾਂਟੇਜਸ ਨੇ ਇਸ ਬਿਜ਼ਨਸ ਦੀਆਂ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਉਹ ਪਸੰਦ ਆਇਆ ਹੋਵੇਗਾ। ਜੇਕਰ ਤੁਹਾਨੂੰ ਸੈਸ਼ਨ ਪਸੰਦ ਆਇਆ ਤਾਂ ਇਹਨੂੰ ਲਾਈਕ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਜੋ ਤੁਹਾਨੂੰ ਵੀ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੀ ਤੁਹਾਨੂੰ ਕੀ ਆ ਨਾਲ ਦੀ ਨਾਲ ਤੁਹਾਨੂੰ ਸਾਰੀਆਂ ਚੀਜ਼ਾਂ ਦੀ ਡਿਟੇਲ ਮਿਲਦੀ ਰਹੇ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਹਦੇ ਬੈਲ ਆਈਕਨ ਨੂੰ ਜ਼ਰੂਰ ਦਬਾਓ, ਤਾਂ ਜੋ ਤੁਹਾਡੀ ਅਪਡੇਸ਼ਨ ਸਾਰਿਆਂ ਦੀ ਬਣੀ ਰਹੇ, ਅਤੇ ਤੁਸੀਂ ਮੇਰੇ ਰੈਗੂਲਰ ਸੈਸ਼ਨ ਨੂੰ ਜੁਆਇਨ ਕਰਦੇ ਰਿਹਾ ਕਰੋ, ਤਾਂ ਜੋ ਤੁਹਾਨੂੰ ਨਾਲ ਦੀ ਨਾਲ ਹੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਅਤੇ ਸਾਰੀ ਨੌਲੇਜ ਨਾਲ ਦੀ ਨਾਲ ਮਿਲਦੀ ਰਹੇ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਅਰਾਈਜ਼ ਹੁੰਦੀ ਹੈ ਤਾਂ ਪਲੀਜ਼ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।